हाँ जी, सब ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਪ੍ਰਭਜੋਤ ਸਿੰਘ, ਡਾਇਰੈਕਟਰ ਆਫ ਦਾ ਵੈਸਟਮਿੰਸਟਰ ਇਨ ਜਗਾਦਰੀ। ਅੱਜ ਤੁਹਾਡੇ ਨਾਲ ਗੱਲ ਕੀਤੀ ਜਾਊਗੀ US ਸਟੱਡੀ ਵੀਜ਼ਾ ਬਾਰੇ, ਜੋ ਕਿ ਵਿਦਆਊਟ ਆਇਲਸ ਔਰ ਵਿਦ ਆਇਲਸ ਦੋਨੋਂ ਹੀ ਚੱਲ ਰਹੇ ਹਨ। ਸੋ ਅੱਜ ਮੈਂ ਤੁਹਾਨੂੰ ਸਟੈਪ ਬਾय ਸਟੈਪ ਪ੍ਰੋਸੈਸ ਦੱਸਾਂਗਾ ਕਿ ਕਿਸ ਤਰ੍ਹਾਂ ਤੇ ਕਿਹੜਾ ਸਟੂਡੈਂਟ ਅਪਲਾਈ ਕਰ ਸਕਦਾ ਹੈ। ਸੋ ਫਸਟਲੀ ਜਿਹੜੇ ਵਿਦ ਆਇਲਸ ਨੇ ਉਹਨਾਂ ਦੀ ਗੱਲ ਕਰਨੇ ਹਾਂ। ਜਿਨ੍ਹਾਂ ਨੇ ਵਿਦ ਆਇਲਸ ਅਪਲਾਈ ਕਰਨਾ ਹੈ ਉਹਨਾਂ ਦਾ ਜਿਹੜਾ ਆਫਰ ਲੈਟਰ ਪ੍ਰੋਸੈਸ ਹੈ ਉਹ ਫਾਸਟ ਹੁੰਦਾ ਹੈ ਰੈਦਰ ਦੈਨ ਨੋਨ ਆਇਲਸ ਸਟੂਡੈਂਟ ਦੇ, ਕਿਉਂਕਿ ਜਿਹੜੇ MOI ਬੇਸ 'ਤੇ ਅਪਲਾਈ ਕਰਦੇ ਹਨ ਵਿਦਆਊਟ ਆਇਲਸ ਉਹਨਾਂ ਦਾ ਪ੍ਰੋਸੈਸ ਥੋੜ੍ਹਾ ਲੇਟ ਹੁੰਦਾ ਹੈ। ਤੁਸੀਂ ਉਹਨਾਂ 'ਚ ਕਈ ਵਾਰੀ 2-2 ਮਹੀਨੇ, ਡੇਢ ਮਹੀਨਾ, 1 ਮਹੀਨਾ ਵੀ ਲੱਗ ਜਾਂਦਾ ਹੈ। ਜਿਨ੍ਹਾਂ ਨੇ ਆਇਲਸ ਕੀਤੀ ਹੁੰਦੀ ਹੈ ਉਹਨਾਂ ਦਾ ਮੈਕਸੀਮਮ ਟੂ ਮੈਕਸੀਮਮ 1 ਮੰਥ ਲੱਗਦਾ ਹੈ ਯੂਨੀਵਰਸਿਟੀ ਵੱਲੋਂ ਆਫਰ ਲੈਟਰ ਆਉਣ 'ਤੇ I-20 ਆਉਣ 'ਤੇ। ਜਿਹੜੇ ਵਿਦਆਊਟ ਆਇਲਸ ਅਪਲਾਈ ਕਰ ਰਹੇ ਹਨ ਉਹਨਾਂ ਨੂੰ MOI ਲੈਟਰ ਅਤੇ 2 LOR ਲੈਟਰ ਚਾਹੀਦੇ ਹੁੰਦੇ ਹਨ। ਜਿਹੜਾ ਇੱਕ ਮੀਡੀਅਮ ਆਫ ਇੰਸਟਰਕਸ਼ਨਸ MOI ਅਤੇ LOR, 2 ਲੈਟਰਸ ਜਿਹੜੇ ਉਹਨਾਂ ਦੇ ਟੀਚਰਸ ਜਾਂ ਜਿਹੜੇ ਸਕੂਲ ਤੋਂ ਪੜ੍ਹੇ ਹਨ ਉਹਨਾਂ ਦੇ ਸਟਾਫ ਦੇ ਥਰੂ 2 ਲੈਟਰਸ ਚਾਹੀਦੇ ਹਨ ਕਿ ਇਹਨਾਂ ਦਾ ਬਿਹੇਵ ਇੱਥੇ ਸਹੀ ਸੀ। MOI 'ਚ ਤੁਸੀਂ ਮੈਂਸ਼ਨ ਕਰਵਾਉਣਾ ਹੁੰਦਾ ਹੈ ਜਿਹੜੇ ਕਿ ਇੰਗਲਿਸ਼ ਮੀਡੀਅਮ ਤੋਂ ਪੜ੍ਹੇ ਹੋਏ ਹਨ, ਕਿ ਉਹਦੇ 'ਚ ਮੈਂਸ਼ਨ ਕਰਵਾਉਣਾ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਸਟੱਡੀ ਰਹੀ ਹੈ ਉਹ ਇੰਗਲਿਸ਼ ਵਿੱਚ ਰਹੀ ਹੈ। तो उस तो बाद ਜਿਹੜਾ ਇਹਦੇ ਸਕਸੈਸ ਰੇਟ ਹੈ ਵਿਦ ਔਰ ਵਿਦਆਊਟ ਆਇਲਸ, ਇਹਦੇ ਵਿੱਚ ਕੋਈ ਫਰਕ ਨਹੀਂ ਹੈ ਕਿਉਂਕਿ ਐਮਬੈਸੀ ਨੂੰ ਇਹਦੇ ਨਾਲ ਕੋਈ ਕੁਝ ਲੈਣਾ ਦੇਣਾ ਨਹੀਂ ਹੈ, ਕਿਉਂਕਿ ਐਮਬੈਸੀ ਨੇ ਤੁਹਾਡੇ ਇੰਟਰਵਿਊ ਲੈਣਾ ਹੈ। ਹੋ ਸਕਦਾ ਕਿ ਆਇਲਸ ਵਾਲਾ ਸਟੂਡੈਂਟ ਹੋਵੇ, ਉਹਦੇ 8 ਬੈਂਡ ਹੋਣ ਅਤੇ ਉਹ ਉਹਨਾਂ ਦੇ ਐਮਬੈਸੀ ਵਿੱਚ ਜਾ ਕੇ ਇੰਟਰਵਿਊ ਕਰੈਕ ਨਾ ਕਰ ਪਾਉਂਦਾ ਹੋਵੇ ਜਾਂ ਕਰੈਕ ਨਾ ਕਰ ਪਾਵੇ ਜਾਂ ਉਹਨਾਂ ਦੇ ਆਨਸਰਸ ਨਾ ਸਹੀ ਦੇ ਪਾਵੇ, ਦੈਨ ਉਹਨੂੰ ਰਿਜੈਕਟ ਕਰ ਦੇਣਾ ਹੈ। ਉਹਨਾਂ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਆਇਲਸ ਕੀਤੀ ਹੈ ਕਿ ਨਹੀਂ ਕੀਤੀ, ਕਿਉਂਕਿ ਉਹਨਾਂ ਨੇ ਸਿਰਫ ਤੁਹਾਡਾ ਇੰਟਰਵਿਊ ਹੀ ਲੈਣਾ। ਅਗਰ ਤੁਹਾਡਾ ਇੰਟਰਵਿਊ ਕਲੀਅਰ ਹੋ ਗਿਆ ਦੈਨ ਉਹ ਤੁਹਾਨੂੰ ਵੀਜ਼ਾ ਇਸ਼ੂ ਕਰ ਦੇਣਗੇ, ਤੁਹਾਡਾ ਪਾਸਪੋਰਟ ਰੱਖ ਲੈਣਗੇ, ਕਿਉਂਕਿ ਇਹ ਇਹਨਾਂ ਦਾ ਇੱਕ ਪੋਜ਼ੀਟਿਵ ਪੁਆਇੰਟ ਹੈ ਕਿ ਉਹ ਔਨ ਦਾ ਸਪੋਟ ਹੀ ਡਿਸੀਜਨ ਦੇ ਦਿੰਦੇ ਹਨ। ਔਰ ਇਹਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਹੈ, ਅੱਜ ਤੁਹਾਡੇ ਨਾਲ ਪ੍ਰੋਸੈਸ ਬਾਰੇ ਗੱਲ ਕਰਦੇ ਹਾਂ। ਫਸਟਲੀ ਤੁਹਾਡਾ ਆਫਰ ਲੈਟਰ ਅਪਲਾਈ ਹੁੰਦਾ ਹੈ। ਕਈ ਯੂਨੀਵਰਸਿਟੀਜ਼ ਔਰ ਕਾਲਜ ਆਫਰ ਲੈਟਰ ਅਤੇ I-20 ਲੈਟਰ ਇਕੱਠੇ ਦੇ ਦਿੰਦੇ ਹਨ, ਨਹੀਂ ਤਾਂ ਸਟੈਪ ਬਾਏ ਸਟੈਪ ਦਿੰਦੇ ਹਨ। ਪਹਿਲੇ ਆਫਰ ਲੈਟਰ ਦਿੰਦੇ ਹਨ, ਫਿਰ I-20 ਦਿੰਦੇ ਹਨ। ਔਰ ਕਈ ਯੂਨੀਵਰਸਿਟੀਜ਼ ਵਿੱਚ I-20 ਦੀ ਫੀਸ ਹੁੰਦੀ ਹੈ $200 to $300 ਤੱਕ ਚਲੀ ਜਾਂਦੀ ਹੈ, ਕਈ ਫ੍ਰੀ ਵੀ ਦਿੰਦੇ ਹਨ। ਔਰ ਇਹਦੇ ਵਿੱਚ ਜੋ ਐਪਲੀਕੇਸ਼ਨ ਚਾਰਜਿਸ ਉਹਨਾਂ ਦੇ $200 to $300 ਹੁੰਦੇ ਹਨ ਕਈ ਯੂਨੀਵਰਸਿਟੀਜ਼ ਦੇ, ਸਾਰਿਆਂ ਦੇ ਨਹੀਂ। ਅਗਰ ਤੁਹਾਡਾ 12th ਹੈ, ਅਗਰ ਤੁਸੀਂ 12th ਬੇਸ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਦੈਨ ਤੁਹਾਡਾ 3 to 4 years ਦਾ ਗੈਪ ਐਕਸੈਪਟੇਬਲ ਹੈ, ਬਟ ਵਿਦ ਕਲੈਰੀਫਿਕੇਸ਼ਨ। ਉਹਨਾਂ ਨੂੰ ਜਸਟੀਫਾਈ ਕਰਨਾ ਹੁੰਦਾ ਕਿ ਤੁਸੀਂ ਇਸ ਟਾਈਮ ਵਿੱਚ ਕੀ ਕੀਤਾ ਹੈ। ਔਰ ਇਵੇਂ ਹੀ ਗ੍ਰੈਜੂਏਸ਼ਨ ਵਿੱਚ ਤੁਸੀਂ 5 to 6 year ਦਾ ਗੈਪ ਐਕਸੈਪਟ ਕਰ ਲੈਂਦੀ ਹੈ ਐਮਬੈਸੀ, ਬਟ ਉਹਦੇ ਵਿੱਚ ਵੀ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪੈਂਦੀ ਹੈ। ਔਰ ਇਹਦੇ ਵਿੱਚ ਅਗਰ ਤੁਸੀਂ ਆਇਲਸ ਨਹੀਂ ਕੀਤੀ ਹੋਈ, ਤਾਂ ਤੁਸੀਂ ਆਪਣਾ ਡੋਲਿੰਗੋ ਟੈਸਟ ਦੇ ਕੇ ਵੀ ਇਹਦੇ ਵਿੱਚ ਆਪਣਾ ਪ੍ਰੋਸੈਸ ਕਰ ਸਕਦੇ ਹੋ। ਔਰ ਇਹਦੇ ਵਿੱਚ ਜਿਹੜੇ ਫੰਡਸ ਹੁੰਦੇ ਹਨ ਉਹ 1 day old ਫੰਡਸ ਵੀ ਚੱਲ ਜਾਂਦੇ ਹਨ। ਉਹ ਯੂਨੀਵਰਸਿਟੀਜ਼ 'ਤੇ ਵਰੀ ਕਰਦਾ ਹੈ, ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਕਿੰਨੀ ਡਿਮਾਂਡ ਹੈ। ਕਈ 20 ਤੋਂ 25 ਲੱਖ, ਕਈ 25 ਤੋਂ 30 ਲੱਖ, ਕੋਈ 30 ਤੋਂ 35 ਲੱਖ ਵੀ ਡਿਮਾਂਡ ਕਰ ਲੈਂਦੇ ਹਨ ਫੰਡਸ ਦੀਆਂ। ਔਰ ਇਹਦੇ 'ਚ ਜਿਹੜਾ ਸੇਵਿਸ ਅਕਾਊਂਟ ਹੁੰਦਾ ਹੈ, ਸੇਵਿਸ ID, ਉਹਦੇ $300 to $350 ਲੱਗ ਜਾਂਦੇ ਹਨ ਤੁਹਾਡੇ ਸੇਵਿਸ ID 'ਤੇ। ਔਰ ਅਗਰ ਔਰ ਉਸ ਤੋਂ ਬਾਅਦ
ਫਿਰ ਤੁਹਾਡਾ ਐਮਬੈਸੀ ਦੀ ਜਿਹੜੀ ਫੀਸ ਹੁੰਦੀ ਹੈ $160 ਹੁੰਦੀ ਹੈ, ਉਹ ਤੁਹਾਨੂੰ ਪੇ ਕਰਨੀ ਹੁੰਦੀ ਹੈ। ਬਟ ਇਹਦੇ ਵਿੱਚ ਇੱਕ ਪੋਜ਼ੀਟਿਵ ਪੁਆਇੰਟ ਹੈ, ਅਗਰ ਤੁਸੀਂ ਫਸਟ ਟਾਈਮ ਰਿਜੈਕਟ ਹੋ ਜਾਂਦੇ ਹੋ, ਨੈਕਸਟ ਟਾਈਮ ਅਗਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਨਾ ਤਾਂ ਤੁਹਾਨੂੰ ਆਫਰ ਲੈਟਰ I-20 ਦੀ ਫੀਸ ਭਰਨ ਦੀ ਲੋੜ ਹੈ, ਨਾ ਹੀ ਤੁਹਾਨੂੰ ਸੇਵਿੰਗਸ ਅਕਾਊਂਟ ਦੀ ID ਦੀ ਫੀਸ ਭਰਨ ਦੀ ਲੋੜ ਹੈ। ਤੁਸੀਂ ਸਿਰਫ ਡਾਇਰੈਕਟ ਐਮਬੈਸੀ ਦੀ ਫੀ ਪੇ ਕਰਕੇ ਤੁਸੀਂ ਦੁਬਾਰਾ ਇੰਟਰਵਿਊ ਵੀ ਦੇ ਸਕਦੇ ਹੋ। ਔਰ ਇਹਦੇ ਵਿੱਚ ਤੁਹਾਡਾ ਬੈਨੀਫਿਟ ਹੈਗਾ ਕਿ ਤੁਸੀਂ ਆਪਣਾ ਇੰਟਰਵਿਊ ਕਰੈਕ ਕਰੋ ਤੇ ਆਪਣਾ ਵੀਜ਼ਾ ਲੈ ਲਵੋ, ਕਿਉਂਕਿ ਇਹਦੇ 'ਚ ਇਹੀ ਬੈਨੀਫਿਟ ਹੈ ਕਿ ਤੁਹਾਡਾ ਇੰਟਰਵਿਊ 'ਤੇ ਬੇਸਡ ਹੈ, ਕੋਈ ਤੁਹਾਡੀ ਡਾਕੂਮੈਂਟੇਸ਼ਨ ਇੰਨੀ ਵੇਖਦੇ ਨਹੀਂ ਹੈ, ਕਿਉਂਕਿ ਇੰਟਰਵਿਊ ਵਿੱਚ ਉਹ ਤੁਹਾਡੇ ਕੋਲ ਯੂਨੀਵਰਸਿਟੀ ਬਾਰੇ, ਤੁਹਾਡੀ ਸਟੱਡੀ ਬਾਰੇ, ਤੁਹਾਨੂੰ ਸਪੋਂਸਰ ਕੌਣ ਕਰ ਰਿਹਾ ਹੈ ਇੱਥੇ, ਜਾਂ ਤੁਹਾਨੂੰ ਕੌਣ ਸਟੱਡੀ 'ਚ ਅੱਗੇ ਸਪੋਂਸਰ ਕਰ ਰਿਹਾ ਹੈ, ਜਾਂ ਤੁਹਾਨੂੰ ਕੌਣ ਹੈਲਪ ਕਰੂਗਾ, ਜਾਂ ਨੈਕਸਟ ਤੁਹਾਡਾ ਫਰਦਰ ਪਲਾਨ ਕੀ ਹੋਏਗਾ ਆਫਟਰ ਯੂਰ ਸਟੱਡੀ। ਅਗਰ ਤੁਹਾਡੀ ਵੀਜ਼ਾ ਇਸ਼ੂ ਹੋ ਜਾਂਦਾ ਹੈ ਤੁਹਾਡੇ 'ਚ, ਤੁਸੀਂ ਐਮਬੈਸੀ ਫੀਸ ਵੀ ਯੂਨੀਵਰਸਿਟੀ ਫੀਸ ਤੁਸੀਂ ਆਫਟਰ ਵੀਜ਼ਾ ਭਰ ਸਕਦੇ ਹੋ। ਇਹਦੇ ਵਿੱਚ ਹੈ ਪਲੱਸ ਪੁਆਇੰਟ ਹੈ ਕਿ ਤੁਸੀਂ ਬਿਫੋਰ ਵੀਜ਼ਾ ਕੁਛ ਯੂਨੀਵਰਸਿਟੀ ਫੀ ਨਹੀਂ ਪੇ ਕਰਨੀ, ਤੁਸੀਂ ਆਫਟਰ ਵੀਜ਼ਾ ਵੀ ਪੇ ਕਰ ਸਕਦੇ ਹੋ, ਜਿਹਦੇ ਵਿੱਚ ਅਗਰ ਤੁਹਾਡੀ $25,000 ਫੀਸ ਆਉਂਦੀ ਹੈ ਈਅਰਲੀ, ਦੈਨ ਤੁਸੀਂ ਹਾਫ ਫੀਸ, ਇਟ ਮੀਨਸ 6 ਮੰਥ ਦੀ ਫੀਸ ਪੇ ਕਰਕੇ ਜਾ ਸਕਦੇ ਹੋ, ਜੋ ਕਿ ਸਿਰਫ $12,000 ਹੋਏਗੀ, ਅਪਰੋਕਸ 7 to 8 ਲੱਖ। ਔਰ ਮੈਂ ਇਹੀ ਰეკਮੈਂਡ ਕਰਾਂਗਾ, ਅਗਰ ਤੁਸੀਂ IELTS ਵਿੱਚ ਤੁਹਾਡੇ ਬੈਂਕਸ ਹੈਗੇ ਨੇ, ਤੁਹਾਡੇ ਕੋਲ ਫੰਡਸ ਹੈਗੇ ਨੇ, ਤੁਹਾਡਾ ਸਭ ਕੁਛ ਕੋਈ ਗੈਪ ਨਹੀਂ ਹੈ, ਐਵਰੀਥਿੰਗ ਕਲੀਅਰ ਹੈ, ਦੈਨ ਤੁਸੀਂ ਕੈਨੇਡਾ ਲਈ ਜਾਓ, ਕਿਉਂਕਿ ਕੈਨੇਡਾ ਵਿੱਚ PR ਥੋੜੀ ਈਜ਼ੀ ਹੈ। ਸੋ ਇੰਨਾ ਹੀ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ। ਅਗਰ ਕਿਸੇ ਨੂੰ ਆਪਣੇ US ਪ੍ਰੋਫਾਈਲ ਲਈ ਅੱਗੇ ਕੋਈ ਸਾਡੀ ਹੈਲਪ ਦੀ ਲੋੜ ਹੋਈ, ਜਾਂ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਈ, ਤਾਂ ਤੁਸੀਂ ਸਾਨੂੰ ਸਾਡੇ ਆਫਿਸ ਵਿੱਚ ਆ ਕੇ ਮਿਲ ਸਕਦੇ ਹੋ, ਆਪਣੀ ਪ੍ਰੋਫਾਈਲ ਅਸੈਸ ਕਰਵਾ ਸਕਦੇ ਹੋ, ਅਪਲਾਈ ਕਰ ਸਕਦੇ ਹੋ, ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ। ਕੋਈ ਵੀ ਤੁਹਾਡੇ ਨਾਲ ਫੇਕ ਕਮਿਟਮੈਂਟ ਨਹੀਂ ਕੀਤੀ ਜਾਊਗੀ, ਸਭ ਕੁਝ ਤੁਹਾਡੇ ਨਾਲ ਲੀਗਲੀ ਵਰਕ ਕੀਤਾ ਜਾਏਗਾ, ਤਾਂ ਕਿ ਤੁਹਾਨੂੰ, ਕਿਉਂਕਿ ਵੈਸਟਮਿੰਸਟਰ ਇਸੀ ਲਈ ਜਾਣਿਆ ਜਾਂਦਾ ਹੈ ਕਿ ਉਹ ਕਿਸੇ ਨਾਲ ਫੇਕ ਕਮਿਟਮੈਂਟ ਨਹੀਂ ਕਰੇਗਾ ਤੇ ਨਾ ਹੀ ਕਿਸੇ ਨੂੰ ਫੇਕ ਇਨਫੋਰਮੇਸ਼ਨ ਦੇਊਗਾ। ਸੋ ਇੰਨਾ ਹੀ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ। ਨੈਕਸਟ ਵੀਡੀਓ ਵਿੱਚ ਜਲਦੀ ਹੀ ਮਿਲਦੇ ਹਾਂ, ਤਦ ਤੱਕ ਲਈ ਰੱਬ ਰੱਖਾ, ਥੈਂਕਸ।